ਪੈਟਰੋਲ ਤੇ ਡੀਜ਼ਲਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਅਜੇ ਤੱਕ ਜਾਰੀ ਹੈ। ਤੁਸੀਂ ਦੇਖ ਸਕਦੇ ਹੋ ਕਿ ਫੈਸਟੀਵਲ ਸੀਜ਼ਨ ਦੇ ਬਾਵਜੂਦ ਪੈਟਰੋਲ ਦੀ ਕੀਮਤ ਅੱਜ 112 ਰੁਪਏ 10 ਪੈਸੇ ਹੋ ਗਈ ਹੈ ਤੇ ਨਾਲ ਹੀ ਡੀਜ਼ਲ ਦੀ ਵੀ 100 ਰੁਪਏ ਟੱਪ ਗਈ ਹੈ। ਡੀਜ਼ਲ ਜੋ ਕਿ ਖਾਸ ਕਰਕੇ ਕਮਰਸ਼ੀਅਲ ਵਹੀਕਲ ਨੇ ਜਿਹੜੇ ਉਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ, ਸਾਡੀ ਜੋ ਢੋਆ ਢੁਆਈ ਹੈਗੀ ਆ, ਚਾਹੇ ਉਹ ਫਸਲਾਂ ਨੇ, ਚਾਹੇ ਉਹ ਆਮ ਚੀਜ਼ਾਂ ਹੈਗੀਆਂ ਨੇ, ਚਾਹੇ ਉਹ ਰਾਸ਼ਨ ਹੈਗਾ, ਜੋ ਅਸੀਂ ਚੀਜ਼ਾਂ ਆਮ ਲੋਕਾਂ ਤੱਕ ਪਹੁੰਚਾਉਂਦੇ ਆ, ਉਹ ਸਾਰੀਆਂ ਕਮਰਸ਼ੀਅਲ ਵਹੀਕਲ ਯੂਜ਼ ਹੁੰਦਾ ਹੈਗਾ ਤੇ ਉਹ ਵੀ 100 ਰੁਪਏ ਤੋਂ ਪਾਰ ਚਲਾ ਗਿਆ, ਜਿਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਰਾਸ਼ਨ ਦੀਆਂ ਚੀਜ਼ਾਂ ਹੈਗੀਆਂ ਜਾਂ ਕੱਪੜਾ ਲੱਤਾ ਸਾਰਾ ਕੁਝ ਮਹਿੰਗਾ ਹੋਣ ਜਾ ਰਿਹਾ। परंतु अजे तक मोदी सरकार लोगों बारे सोचना अजे तक उन्होंने शुरू नहीं किया है कि 30 रुपए जोड़ा यह डीजल तो पेट्रोल का रेट बढ़ा चुके हैं पिछले 6 महीनों के, जो कि 70-72 रुपए तो बढ़ के 112 तक हो चुका है। इनू घटाने की बजाय लगातार वाधा अजे तक जारी है। मेरे नाल इस वक्त सज्जन इस वक्त नाल खड़े ने जो कि पेट्रोल पाउण आए ने, इन्हां नाल गलबात करते हैं कि आम आदमी की जेब के उत्ते की फर्क पिया ते इन्हां फैसटीवल सीजन के पेट्रोल के उत्ते पैसे जो खर्चे जा रहे हैं, जो घर की शॉपिंग के उत्ते खर्चे जाने सी, वो खर्च के किहो जिहा लग रहा है। की नाम है जी? मैं अवनीत वर्मा जी, लाना प्रीत। अवनीत जी, लगातार पेट्रोल के रेट जारी ने, की कहना सरकार बारे तुहाडा? देखो सरकार जिहड़ी है बिल्कुल लोगों बारे ना तो उन्होंने कोई सोच है ना उन्होंने कोई एजेंडा। देखो अज सानू भी पता है भी पेट्रोल हो या डीजल हो, ਇਹਦੇ ਨਾਲ ਦੇਸ਼ ਦੀ ਆਰਥਿਕਤਾ ਚੱਲਦੀ ਹੈ ਔਰ ਜਿਹੜੇ ਡੀਜ਼ਲ ਨਾਲ ਤਾਂ ਸਾਡੇ ਕਿਸਾਨ ਭਰਾ ਹੋ ਗਏ ਜਾਂ ਟਰਾਂਸਪੋਰਟ ਹੋ ਗਿਆ ਸਿੱਧਾ ਸਿੱਧਾ ਜੁੜਾ, ਔਰ ਜਿਹੜੇ ਵੀ ਕੋਈ ਗੁੱਡਸ ਨੇ ਉਹ ਟਰਾਂਸਪੋਰਟ ਜਿਹੜੇ ਨੇ ਉਹ ਡੀਜ਼ਲ ਜਿਹੜੇ ਵਹੀਕਲ ਨੇ ਉਹਨਾਂ ਤੇ ਹੋਣੇ ਨੇ। ਸੋ ਸਰਕਾਰ ਨੂੰ ਪਤਾ ਨਹੀਂ ਕਿਉਂ ਉਹਨਾਂ ਨੂੰ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਰੇਸ਼ਾਨ ਕਰਨ ਤੇ ਲੱਗੀ। ਆਲਰੇਡੀ ਅਸੀਂ ਜਾਣਦੇ ਆ ਵੀ ਕੋਵਿਡ ਕਰਕੇ ਕੰਮਕਾਰ ਵੀ ਜਿਹੜੇ ਨੇ ਉਹ ਘਟੇ ਹੋਏ ਨੇ, ਉਤੋਂ ਤੇਲ ਤੇ ਪੈਟਰੋਲ ਦੇ ਜਿਹੜੇ ਡੀਜ਼ਲ ਹੋ ਗਿਆ ਇਹਨਾਂ ਦੇ ਜਿਹੜੇ ਪ੍ਰਾਈਸਿਸ ਦਾ ਇੰਨਾ ਵਧਣਾ, ਜਦਕਿ ਆਲ ਓਵਰ ਵਰਲਡ ਦੇ ਵਿੱਚ ਜਿਹੜੇ ਪ੍ਰਾਈਸਿਸ ਨੇ ਉਹ ਘਟਦੇ ਨੇ। ਔਰ ਸਾਡੇ ਉਰੇ ਹਾਲਾਤ ਇਹ ਨੇ ਵੀ ਜਿਸ ਤਰੀਕੇ ਨਾਲ ਇਹ ਟੈਕਸ ਜਿਹੜਾ ਅਗਰ 100 ਰੁਪਏ 'ਚ 35-36 ਰੁਪਏ ਪੈਟਰੋਲ ਤੇ ਔਰ ਡੀਜ਼ਲ ਤੇ 20-25 ਰੁਪਏ ਟੈਕਸ 100 ਰੁਪਏ ਦੇ ਹਿਸਾਬ ਨਾਲ ਲੈਣਗੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਆਮ ਬੰਦਾ ਹੈਗਾ ਉਹਦਾ ਗੁਜ਼ਾਰਾ ਕਰਨਾ ਵੀ ਔਖਾ ਹੈ, ਵਪਾਰੀਆਂ ਦਾ ਵਪਾਰ ਕਰਨਾ ਔਖਾ ਹੈ। ਔਰ ਹਰ ਟ੍ਰੇਡ ਦੇ ਨਾਲ ਜਿਹੜੇ ਇਹ ਟਰਾਂਸਪੋਰਟ ਹੈ ਇਹ ਜੁੜੀ ਹੁੰਦੀ ਹੈ ਔਰ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਦੇ ਵੱਧਦੇ ਰੇਟ ਦਾ ਨੁਕਸਾਨ ਜਿਹੜਾ ਉਹ ਆਮ ਜਿਹੜੇ ਸਾਡੇ ਸ਼ਹਿਰੀ ਨੇ, ਚਾਹੇ ਪਿੰਡੂ ਸਾਡੇ ਨੇ ਜਾਂ ਕਿਸਾਨ ਵੀਰ ਨੇ, ਜਿਹੜੇ ਮਿਹਨਤਕਸ਼ ਲੋਕ ਨੇ, ਉਹਨਾਂ ਨੂੰ ਸਰਕਾਰ ਨੂੰ ਟੈਕਸ ਦੇ ਕੇ ਉਹਨਾਂ ਦੀ ਜੇਬ ਤੇ ਚੋਟ ਹੋ ਕੇ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀ ਜੇਬ ਚੋਂ ਨਿਕਲ ਰਿਹਾ। विनीत जी देखो, पहला कोविड चलिया, पिछला सारा साल कोविड के विच लंघ गया, लोगों को लखां करोड़ों का घाटा पिया, दुकानां बंद हो गई, लोग वेले हो गए, लखां ही नौकरियां चले गई। इस साल फिर कोविड का प्रभाव पिया, परंतु लोगों की जेब च पैसे है नहीं तो खर्चण कित्थों। उसके बावजूद सरकार जिहड़ी ਉਹ लोगों बारे नहीं सोच रही है, ठीक है, तो लगातार रेट जारी है ने। ये पेट्रोलीਅਮ प्रोडक्ट के रेट भी वधे ने, चाहे आप गैस की गल करिए 200 कुछ रुपए वो वध गई हैगी है। भी लोग हुण दबीबाद च ये गल कह रहे हैं कि सरकार ने जी वैक्सीनेशन लवाई है भी वो लोगों की जेब चों पैसे घटा रही है, जिहड़े फ्री टीके लवाए ने कोविड के। देखो गर्चा जी, ये लोग दबीबाद च नहीं ठोकेबाद च कह रहे हैं, उन्होंने मंत्री कह रहे हैं। अगर तुसीं सेंटर के मंत्रियों के कईयां दे बयान देखो, ये गल कह रहे हैं भी जिहड़े तुहाडे टीके फ्री लग रहे हैं वो टीके फ्री नहीं लग रहे, असीं किसी ना किसी तरीके टैक्स के रूप च थोड़े तो पैसे वापस लै रहे हैं। देखो किड्डी शर्मनाक गल आ अज दी रेट दे विच। अगर आपां देखिए भी अगर व्यापारी कम्यूनिटी है ਜਾਂ ਜਿਹੜੇ ਘਰੇਲੂ ਸਾਡੇ ਪਰਿਵਾਰ ਨੇ ਉਹਨਾਂ ਨੇ 72-73 ਸਾਲ ਦੇਸ਼ ਨੂੰ ਦੇਖੋ ਪਾਲਿਆ, ਉਹਨਾਂ ਦੇ ਟੈਕਸ ਨਾਲ ਹੀ ਚੱਲਿਆ। ਸੋ ਅੱਜ ਉਹਨਾਂ ਨੂੰ ਅਗਰ ਸਰਕਾਰ ਤੋਂ ਕੋਈ ਰਾਹਤ ਦੀ ਉਮੀਦ ਹੈ ਜਾਂ ਉਹ ਐਕਸਪੈਕਟ ਕਰਦੇ ਨੇ ਵੀ ਸਰਕਾਰ ਕਮ ਸੇ ਕਮ ਜੇ ਰਾਹਤ ਨਹੀਂ ਦੇਣੀ, ਜੋ ਕਾਸਟ ਟੂ ਕਾਸਟ ਹੈਗਾ, ਕਮ ਸੇ ਕਮ ਸੈਂਟਰ ਜਾਂ ਸਟੇਟ ਸਰਕਾਰਾਂ ਆਪਦਾ ਟੈਕਸ ਘਟਾ ਕੇ ਅਗਰ ਲੋਕਾਂ ਨੂੰ ਰਾਹਤ ਦੇ ਦੇਣ, ਉਹ ਵੀ ਉਹਨਾਂ ਦੀ ਵਿਚਾਰਿਆਂ ਦੇ ਮਜਬੂਰੀ ਦੇ ਟਾਈਮ ਦੇ ਵਿੱਚ ਜਾਂ ਉਹਨਾਂ ਦੀ ਮਾੜੀ ਮੋਟੀ ਕੋਈ ਮਦਦ ਹੋ ਜਾਵੇ, ਅਗਰ ਉਹਨਾਂ 'ਚ ਵੀ ਉਹਨਾਂ ਨੂੰ ਆਪਦੀ ਕਮਾਈ ਆਪਦਾ ਪੈਸਾ ਨਜ਼ਰ ਆਉਂਦਾ ਤਾਂ ਇਹ ਬੜੀ ਸ਼ਰਮਨਾਕ ਗੱਲ ਹੈ। ਇਸ ਦੇਸ਼ ਦੇ ਜਿਹੜੇ ਸਿਆਸਤਦਾਨ ਜਿਹੜੇ ਮੌਕੇ ਤੇ ਅੱਜ ਰਾਜ ਕਰ ਰਹੇ ਨੇ ਉਹਨਾਂ ਵਾਸਤੇ, ਔਰ ਬੜੀ ਸ਼ਰਮਿੰਦਗੀ ਦੀ ਗੱਲ ਹੈ ਉਹਨਾਂ ਦੀ ਸੋਚ ਤੇ ਵੀ ਜਿਹੜੇ ਅੱਜ ਵੀ ਉਹਨਾਂ ਨੂੰ ਲੱਗਦਾ ਵੀ ਜਿਹੜੇ ਬੰਦੇ ਆਰਥਿਕ ਪੱਖੋਂ ਕਰੋਨਾ ਕਰਕੇ ਕੋਵਿਡ ਕਰਕੇ ਪਹਿਲਾਂ ਹੀ ਵਿਚਾਰੇ ਪਿਸੇ ਹੋਏ ਨੇ, ਤੁਸੀਂ ਉਹਨਾਂ ਦੇ ਧੱਕੇ ਨਾਲ ਉਹਨਾਂ ਦੀ ਜੇਬ 'ਚ ਟੈਕਸ ਨਾਲ, ਕਿਉਂਕਿ ਇਹਦੇ 'ਚ ਕੋਈ ਨੈਗੋਸ਼ੀਏਟ ਤਾਂ ਦੇਖੋ ਹੋ ਨਹੀਂ ਸਕਦਾ, ਜੋ ਸਰਕਾਰ ਦੇ ਟੈਕਸ ਚਾਹੇ ਉਹ ਸੈਂਟਰ ਦੇ ਹੈ ਜਾਂ ਸਟੇਟ ਦੇ ਲਾਗੇ ਤੁਹਾਨੂੰ ਪੈਸੇ ਦੇਣੇ ਪੈਣੇ ਨੇ। ਸੋ ਇਹ ਇੱਕ ਨਾ ਇੱਕ ਤਰੀਕੇ ਜਿਹੜਾ ਟੈਕਸ ਲੈਣ ਦਾ ਤਰੀਕਾ ਉਹ ਧੱਕੇ ਨਾਲ ਇਹ ਟੈਕਸ ਸਰਕਾਰ ਲੈ ਰਹੀ ਹੈ, ਜਦਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਵੀ ਆਮ ਚਾਹੇ ਸ਼ਹਿਰੀ ਹੈ, ਆਮ ਦੇਸ਼ਵਾਸੀ ਸਵੇਰੇ ਚਾਹ ਪੀਣ ਤੋਂ ਲੈ ਕੇ ਰਾਤ ਦੇ ਰੋਟੀ ਤੱਕ ਹਰ ਪ੍ਰੋਡਕਟ ਤੇ ਤੁਹਾਨੂੰ ਟੈਕਸ ਦਿੰਦਾ, ਤੇ ਅੱਜ ਦੀ ਰੇਟ 'ਚ ਅਗਰ ਫਿਰ ਵੀ ਤੁਸੀਂ ਉਹਨਾਂ ਦਾ ਟੈਕਸ ਲੈ ਕੇ ਆਪਦੀਆਂ ਜੇਬਾਂ ਭਰਨ ਦੇ ਨਾਲ ਫਿਰ ਵੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਗਲ 'ਚ ਗੁੱਠਾ ਦੇ ਕੇ ਨਜਾਇਜ਼ ਉਹਨਾਂ ਨੂੰ ਸਜ਼ਾ ਟੈਕਸ ਦੇ ਰੂਪ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਜਿਹੜੇ ਆਲ ਓਵਰ ਮੈਂ ਫਿਰ ਕਹਿਣਾ ਚਾਹੁੰਦਾ ਦੁਨੀਆ 'ਚ ਘਟਦੇ ਹੋਣ ਤੇ ਇੰਡੀਆ 'ਚ ਵੱਧਦੇ ਹੋਣ। ਸੋ ਮੈਨੂੰ ਨਹੀਂ ਸਮਝ ਲੱਗਦਾ ਵੀ ਇਹਨਾਂ ਦੀ ਕਿਆ ਨੀਤ ਹੈ, ਕਿਆ ਨੀਤੀ ਹੈ, ਜਾਂ ਕਿਹੜੇ ਚੱਕਰਾਂ 'ਚ ਪਏ ਹੋਏ ਨੇ, ਜਾਂ ਇਹਨਾਂ ਨੂੰ ਲੋਕਾਂ ਦਾ ਜਿਹੜਾ ਦਰਦ ਆ ਉਹ ਦਿਖਦਾ ਨਹੀਂ। ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਦੇਖੋ ਅੱਜ ਦੀ ਰੇਟ 'ਚ ਪਤਾ ਵੀ ਜਿਹੜੀ ਵੀ ਕੋਈ ਪੈਟਰੋਲ ਡੀਜ਼ਲ 'ਚ ਵਾਧੇ ਨਾਲ ਹਰ ਚੀਜ਼ ਮਹਿੰਗੀ ਹੋਣੀ ਆ, ਕਿਉਂਕਿ ਹਰ ਚੀਜ਼ ਦੀ ਟਰਾਂਸਪੋਰਟ ਦੇ ਨਾਲ ਹੈ। ਸੋ ਇਹ ਹਜੇ ਵੀ ਅਗਰ ਉਹਨਾਂ ਨੂੰ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹ ਮਹਿੰਗੇ ਡੀਜ਼ਲ ਤੇ ਪੈਟਰੋਲ ਦੇ ਕੇ ਅਗਰ ਉਹਨਾਂ ਨੂੰ ਤੰਗ ਕਰਨਾ ਚਾਹੁੰਦੇ, ਸੋ ਇਸ ਤੋਂ ਨਿੰਦਣਯੋਗ ਗੱਲ ਕੀ ਹੋ ਸਕਦੀ ਹੈ। विनीत जी, जे ਆਪਾਂ ਹੁਣ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਚੰਨੀ ਸਰਕਾਰ ਬਦਲੀ ਹੈ, ਲੋਕਾਂ ਨੂੰ ਕੱਲ ਇਹਨਾਂ ਨੇ ਬਿਜਲੀ ਫ੍ਰੀ ਦਾ ਜਾਂ 3 ਰੁਪਏ ਪਰ ਯੂਨਿਟ ਫ੍ਰੀ ਦੀ ਗੱਲ ਕੀਤੀ ਹੈ ਨਾ, ਬਹੁਤ ਵਧੀਆ ਲੋਕਾਂ ਨੇ ਚਲੋ ਸਵਾਗਤ ਕੀਤਾ ਕਿ ਸਾਡੇ ਬਾਰੇ ਕੋਈ ਸੋਚਿਆ। परंतु जिन्नी टैक्स सरकार के सेंटर के है ने उन्ने इन्हों के भी हैं, पंजाब सरकार के भी हैं, पंजाब सरकार उन्होंने बारे नहीं बोल रही।
ਚੰਨੀ ਸਾਹਿਬ ਉਹਦੇ ਬਾਰੇ ਗੱਲ ਹੀ ਕਰਨ ਨੂੰ ਤਿਆਰ ਨਹੀਂ ਹੈਗੇ ਕਿ ਜਿਹੜੇ ਟੈਕਸ ਇਹਨਾਂ ਵੱਲੋਂ ਸਟੇਟ ਲੈਵਲ ਦੇ ਉੱਤੇ ਇੰਪੋਜ਼ ਕੀਤੇ ਜਾ ਰਹੇ ਆ ਆਪਣੇ ਡੀਜ਼ਲ ਪੈਟਰੋਲ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਘਟਾ ਕੇ ਲੋਕਾਂ ਨੂੰ ਮਾੜੀ ਮੋਟੀ ਰਾਹਤ ਦਈਏ। ਤੁਹਾਡਾ ਕੀ ਕਹਿਣਾ? ਦੇਖੋ ਮੈਂ ਇਹਦੇ 'ਚ ਤੁਹਾਨੂੰ ਫਿਰ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਉਹ ਸੈਂਟਰ ਹੈ ਸਟੇਟ ਦੀਆਂ, ਬਿਲਕੁਲ ਦਿਸ਼ਾਹੀਨ ਸਰਕਾਰਾਂ ਨੇ, ਇਹਨਾਂ ਨੂੰ ਅੱਜ ਦੀ ਰੇਟ 'ਚ ਇਹ ਨਹੀਂ ਪਤਾ ਲੱਗਦਾ ਵੀ ਲੋਕਾਂ ਦੀ ਮੁੱਢਲੀ ਜ਼ਰੂਰਤ ਕੀ ਹੈ। ਤੁਸੀਂ ਲੋਕਾਂ ਦੀ ਜੇਬ 'ਚ ਅਗਰ ਪੈਸੇ ਛੱਡੋਗੇ ਉਹ ਤਾਂ ਕਮਾਉਣਗੇ, ਤਾਂ ਖਰਚ ਕਰਨਗੇ ਨਾ। ਅਗਰ ਤੁਸੀਂ ਡੀਜ਼ਲ ਪੈਟਰੋਲ ਦੇ ਰੇਟਾਂ ਨੂੰ ਜਿਹੜੇ ਤੁਹਾਡੇ ਕਮ ਸੇ ਕਮ ਸਟੇਟ ਦੇ ਟੈਕਸ ਨੇ ਤੁਸੀਂ ਉਹ ਵੀ ਘਟਾ ਨਹੀਂ ਸਕਦੇ। ਅੱਛਾ ਹੋਰ ਸੁਣ ਲਓ, ਅੱਜ ਆਪਾਂ ਮੋਹਾਲੀ 'ਚ ਮੌਜੂਦ ਆ ਪੰਪ ਵਾਲੇ ਸਾਡੇ ਭਰਾ ਸਾਰੇ ਬੈਠੇ ਨੇ। ਇਹ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਆ ਦੇਖੋ 2 ਡਿੰਗਾਂ ਦਾ ਫਰਕ ਹੈ। ਮੋਹਾਲੀ ਚੰਡੀਗੜ੍ਹ 'ਚ ਪੂਰੇ 6 ਰੁਪਏ ਦਾ ਫਰਕ ਹੈ ਪੈਟਰੋਲ ਦਾ। ਇਹ ਵਿਚਾਰੇ ਕਿੱਥੋਂ ਗੁਜ਼ਾਰਾ ਕਰਨਗੇ? ਜਿਹਨੂੰ 2 ਡਿੰਗਾਂ ਤੇ ਚੰਡੀਗੜ੍ਹ ਦੇ ਵਿੱਚ 6 ਰੁਪਏ 7 ਰੁਪਏ ਲੀਟਰ ਪੈਟਰੋਲ ਸਸਤਾ ਮਿਲਦਾ ਹੋਵੇ ਜਾਂ ਡੀਜ਼ਲ ਸਸਤਾ ਮਿਲਦਾ ਹੋਵੇ, ਮੋਹਾਲੀ ਪਾਊਗਾ ਕਿਉਂ? ਸੋ ਇਹ ਤਾਂ ਇਹਨਾਂ ਦੀ ਬੈਠੀ ਹੋਈ ਜਿਹੜੀ 2 ਡਿੰਗਾਂ ਤੇ ਇਹ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਸਾਡੇ ਪੰਜਾਬ ਦੇ ਹੁਕਮਰਾਨ ਹੈ ਚੰਨੀ ਜੀ ਨੇ, ਉਹਨਾਂ ਦਾ ਹਲਕਾ ਵੀ ਸਾਡੇ ਨਾਲ ਹੈ। ਉਹਨਾਂ ਨੂੰ ਮੋਹਾਲੀ ਦਾ ਕਿਆ ਪੰਜਾਬ ਦਾ ਦਰਦ ਇਹ ਨਹੀਂ ਦਿਖਦਾ ਵੀ ਤੁਸੀਂ ਕਮ ਸੇ ਕਮ ਜੇ ਸਟੇਟ ਦੇ ਲੋਕਾਂ ਨੂੰ ਕੰਪੀਟ ਕਿਵੇਂ ਕਰਨਗੇ? ਤੁਹਾਡੇ ਟੈਕਸਾਂ ਨੇ ਤਾਂ ਜਿਹੜੇ ਬਰਾਬਰ ਬਿਲਕੁਲ ਉਹਨਾਂ ਦੇ ਬਰਾਬਰ ਜਿਹੜੇ ਨੇਬਰਹੁੱਡ ਨੇ। ਹੁਣ ਹਰਿਆਣਾ ਦੇਖ ਲਓ, ਹਰਿਆਣੇ ਵਾਲੇ ਪਾਸੇ ਚੱਲ ਜਾਓ ਤਾਂ ਪੰਜਾਬ ਦੇ ਪੰਪ ਫੇਲ ਨੇ, ਚੰਡੀਗੜ੍ਹ ਵਾਲੇ ਪਾਸੇ ਚੱਲ ਜਾਓ ਤਾਂ ਪੰਜਾਬ ਦੇ ਪੰਪ ਫੇਲ ਨੇ। ਸੋ ਇੱਕ ਪਾਸੇ ਆਪਾਂ ਕਹਿੰਦੇ ਹਾਂ ਟਰਾਈ ਸਿਟੀ ਬਰਾਬਰ ਕਿਉਂ ਨਹੀਂ ਹੋਣਾ ਚਾਹੀਦਾ? ਪਰ ਇਸ ਤੋਂ ਵੱਡਾ ਸਵਾਲ ਇੱਕ ਹੋਰ ਜ਼ਰੂਰ ਹੈ ਵੀ ਸਰਕਾਰ ਨੂੰ ਜਿਹੜੀ ਹੈ ਉਹਨਾਂ ਨੂੰ ਆਪਦੇ ਖਰਚੇ ਘਟਾਉਣੇ ਚਾਹੀਦੇ ਆ। ਅਸੀਂ ਥੋੜੇ ਦਿਨ ਪਹਿਲਾਂ ਜਿਹੜੇ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਅਸੀਂ ਉਹਨਾਂ ਦਾ ਇੱਕ ਜਿਹੜੇ ਮੀਡੀਆ ਐਡਵਾਈਜ਼ਰ ਨੇ ਪਤਾ ਨਹੀਂ ਕੀ ਲਾਏ ਹੋਏ ਉਹਨਾਂ ਨੇ, ਪਤਾ ਨਹੀਂ ਐਡਵਾਈਜ਼ਰ ਇੰਨੇ ਲਾਏ ਹੋਏ ਨੇ ਯਾਦ ਨਹੀਂ ਰਹਿੰਦੇ ਲੋਕਾਂ ਨੂੰ ਵੀ ਕਿਹੜੇ ਨੇ। ਉਹ BS ਚਹਿਲ ਦਾ ਅਸੀਂ ਅੱਜ ਉਹ ਸੁਣਦੇ ਸੀ ਵੀ 65 ਗਨਮੈਨ ਉਹਨਾਂ ਨੇ ਰੱਖੇ ਹੋਏ ਔਰ ਉਹਨਾਂ ਦਾ ਪਰਸਨਲ ਜਿਹੜਾ ਕੋਈ ਆਪਣਾ ਬਣਿਆ ਹੋਇਆ ਮਹਿਲਨੁਮਾ ਮੈਰਿਜ ਪੈਲੇਸ ਹੈ ਉਹਦੀ ਵੀ ਜਿਹੜੀ ਸਿਕਿਉਰਿਟੀ ਆ ਉਹ ਪੁਲਿਸ ਮੁਲਾਜ਼ਮ ਕਰਦੇ ਰਹੇ। ਸੋ ਮੈਂ ਦੇਖੋ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਦੇ ਬੰਦਿਆਂ ਨੂੰ ਤਾਂ ਇੰਨੇ ਐਡਵਾਈਜ਼ਰ ਲਾ ਕੇ ਦੱਬ ਕੇ ਲੁੱਟਦੇ ਹੋ ਸਰਕਾਰ ਨੂੰ, ਹੈ ਨਾ। ਜਦੋਂ ਲੋਕਾਂ ਨੂੰ ਦੇਣ ਦੀ ਵਾਰੀ ਆਉਂਦੀ ਹੈ ਤੁਸੀਂ ਮਹਿੰਗੇ ਟੈਕਸ ਨਾਲ ਲੋਕਾਂ ਦਾ ਢਿੱਡ ਲੁੱਟਦੇ ਹੋ। ਸੋ ਅੱਜ ਦੀ ਰੇਟ 'ਚ ਜਿਹੜੀ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਇਹ ਗਰਾਊਂਡ ਲੈਵਲ ਤੇ ਹੁਣ ਆਪਾਂ ਬਿਜਲੀ ਦੀ ਦੇਖੋ ਗੱਲ ਕਰੀਏ, ਪੌਣੇ 5 ਸਾਲ 2017 'ਚ ਮੈਨੀਫੈਸਟੋ 'ਚ ਲੈ ਕੇ ਆਉਂਦੇ, ਪੌਣੇ 5 ਸਾਲ ਇਹਨਾਂ ਨੇ 1 ਰੁਪਿਆ ਨਹੀਂ ਘਟਾਇਆ ਔਰ ਇਹ 3-4 ਰੁਪਏ ਵਧਾਏ। ਹੁਣ ਜਾਣ ਲੱਗੇ ਇੱਕ ਅੱਧਾ ਮਹੀਨੇ ਦਾ ਜਿਹੜਾ ਬਿੱਲ ਬੁਲ ਆਉਣਾ ਹੈ ਫਿਰ ਕੋਡ ਆਫ ਕੰਡਕਟ ਲੱਗ ਜਾਣਾ, ਉਹ ਇੱਕ ਅੱਧੇ ਮਹੀਨੇ ਦੇ ਬਿੱਲ ਮਾਫ ਕਰਕੇ ਜਿਹੜੇ ਵਧਾਏ ਹੋਏ ਉਹ ਵਾਪਸ ਲੈ ਲਏ। ਸੋ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੇ ਆ ਪਰ ਲੋਕ ਮੂਰਖ ਨਹੀਂ। ਲੋਕ ਜਾਣਦੇ ਨੇ ਵੀ ਅਗਰ ਸਹੀ ਮਾਇਨੇ 'ਚ ਤੁਸੀਂ ਲੋਕਾਂ ਦਾ ਭਲਾ ਚਾਹੁੰਦੇ ਹੋ ਤਾਂ ਕਮ ਸੇ ਕਮ ਆਪਦੇ ਟੈਕਸ ਵਾਲੇ ਆਹ ਜਿਹੜੇ ਲੋਕਾਂ ਦੇ ਗਲ 'ਚ ਤੁਸੀਂ ਪਾਏ ਹੋਏ ਨੇ ਇਹਨਾਂ ਨੂੰ ਘਟਾਓ ਤਾਂ ਜੋ ਲੋਕਾਂ ਨੂੰ ਆਰਥਿਕ ਲੁੱਟ ਤੋਂ ਸ਼ਿਕਾਰ ਹੋ ਸਕਣ, ਤਾਂ ਜੋ ਲੋਕ ਜਿਹੜਾ ਹੈਗਾ ਆਪਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਵਿਨੀਤ ਜੀ ਕਹਿੰਦੇ ਮੋਦੀ ਜੀ ਹਰ ਵਾਰ ਮਨ ਕੀ ਬਾਤ ਕਰਦੇ ਨੇ ਪਰ ਲੋਕਾਂ ਦੀ ਨਹੀਂ ਆਪਣੇ ਮਨ ਦੀ ਉਹ ਕਰਦੇ ਨੇ ਕਿ ਲੋਕਾਂ ਦੇ ਮਨ 'ਚ ਕੀ ਹੈਗਾ, ਤੇਲ ਘਟਾਈਏ ਜਾਂ ਲੋਕਾਂ ਨੂੰ ਰਾਹਤ ਦੇਈਏ ਮਾੜੀ ਮੋਟੀ। ਤੁਹਾਡਾ ਕੀ ਕਹਿਣਾ? ਦੇਖੋ ਮੋਦੀ ਜੀ ਦਾ ਤਾਂ ਹੁਣ ਮੈਂ ਇੱਦਾਂ ਹੈ ਵੀ ਅਸੀਂ ਵਪਾਰੀ ਕਮਿਊਨਿਟੀ ਨੂੰ ਦੇਖੋ ਬਿਲੋਂਗ ਕਰਦੇ ਹਾਂ। ਜਦੋਂ ਕੋਵਿਡ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਉਹਨਾਂ ਨੇ 15 ਲੱਖ ਕਿਹਾ, ਮੈਨੂੰ ਤਾਂ ਮੇਰੇ ਅਕਾਊਂਟ 'ਚ ਤਾਂ ਕਦੀ 15 ਲੱਖ ਜਾਂ 15 ਰੁਪਏ ਹੀ ਨਹੀਂ ਆਏ ਜੇ ਕਿਸੇ ਭਾਰਤੀ ਵਾਸੀ ਦੇ ਆਏ ਹੋਣ। ਸੋ ਉਹ ਤਾਂ ਫਿਰ ਬਾਅਦ 'ਚ ਕਹਿੰਦੇ ਜੁਮਲੇ ਦੀ ਸਰਕਾਰ ਹੈ। ਔਰ ਇੱਕ ਹੈਰਾਨੀ ਦੀ ਗੱਲ ਆ ਕੋਵਿਡ ਦੇ ਵਿੱਚ ਅਸੀਂ ਹੈ ਨਾ ਬੜੀਆਂ ਅਸੀਂ ਲੋਕਾਂ ਨੂੰ ਸਾਨੂੰ ਆਸ ਸੀਗੀ ਵੀ ਵਪਾਰੀਆਂ ਨੂੰ ਇਹ ਕੁਝ ਰਾਹਤ ਦੇਣਗੇ। ਇਹਨਾਂ ਨੇ 18 ਲੱਖ ਕਰੋੜ ਦਾ ਇੱਕ ਦਿਨ ਪੈਕੇਜ ਕੱਢ ਤਾਂ ਸੁੱਤੇ ਪਏ ਨੇ, ਉਹ ਅੱਜ ਦੀ ਰੇਟ 'ਚ 18 ਰੁਪਏ ਨੇ ਕਿਸ ਦੇ ਆਏ। ਸੋ ਇਹੋ ਜਿਹੇ ਦੇਖੋ ਸਾਨੂੰ ਕਹਿਣਾ ਨਹੀਂ ਚਾਹੀਦਾ ਵੀ ਸਾਡਾ ਇਹੋ ਜਿਹਾ ਹੋਣਹਾਰ ਪ੍ਰਧਾਨ ਮੰਤਰੀ ਹੈ ਜਿਹਦੇ 15 ਲੱਖ ਦਿੱਤੇ ਹੋਏ ਅੱਜ ਤੱਕ ਨਹੀਂ ਮਿਲੇ, ਉਹ 18 ਲੱਖ ਕਰੋੜ ਦਾ ਇੱਕ ਆਰਥਿਕ ਪੈਕੇਜ ਦੇਣ ਲੱਗੇ ਸੀ ਅੱਜ ਤੱਕ ਉਹ ਨਹੀਂ ਮਿਲਿਆ। ਸੋ ਉਹਨਾਂ ਦੀ ਤਾਂ ਗੱਲਾਂ ਆਪਾਂ ਕੀ ਕਹਿ ਸਕਦੇ, ਉਹ ਤਾਂ ਸਿਰਫ ਤੁਹਾਨੂੰ ਸੁਣਾਉਣ ਨੂੰ ਆਉਂਦੇ ਨੇ, ਉਹਨੂੰ ਸੁਣਨ ਵਾਸਤੇ ਤਾਂ ਉਹਨਾਂ ਦੀ ਕੈਪੈਸਿਟੀ ਹੈ ਨਹੀਂ ਕਿਉਂਕਿ ਸੁਣਨ ਦੇ ਵਿੱਚ ਇੱਕ ਕੰਨ ਤੇ ਅੰਡਾਣੀ ਬੈਠਾ ਇੱਕ ਕੰਨ ਤੇ ਅੰਬਾਣੀ ਬੈਠਾ। ਸੋ ਉਹ ਉਹਨਾਂ ਦੀ ਗੱਲ ਜ਼ਿਆਦਾ ਸੁਣਦੇ ਨੇ। ਸੋ ਅੱਜ ਸਾਡੇ ਦੇਸ਼ ਦੇ ਜਿਹੜੇ ਕਿਸਾਨ ਭਰਾ ਨੇ ਦੇਖੋ ਕਿੰਨੇ ਸ਼ਹੀਦੀਆਂ ਹੋ ਗਈਆਂ ਹੈ ਨਾ, ਉਹਨਾਂ ਦੀ ਨਹੀਂ ਉਹਨਾਂ ਨੂੰ ਗੱਲ ਸੁਣਦੀ ਜਦ ਕਿ ਦਿੱਲੀ ਬਾਰਡਰ ਤੇ 2 ਡਿੰਗਾਂ ਤੇ ਬੈਠੇ ਆ ਸੂਰੇ ਵਾਲਿਆਂ ਦੀ ਤਾਂ ਉਹਨੂੰ ਕਿਆ ਸੁਣਨੀ ਆ, ਉਹਨਾਂ ਦੀ ਤਾਂ ਆਪਾਂ ਚਲੋ ਗੱਲ ਹੁਣ ਕਿਆ ਕਰਨੀ ਆ। ਪਰ ਸਟੇਟ ਦਾ ਜਿਹੜਾ ਸਾਡਾ ਮੁੱਖ ਮੰਤਰੀ ਮੌਜੂਦਾ ਕਹਿੰਦੇ ਨੇ ਬੜਾ ਲੋਕਲ ਆ ਬੜਾ ਵੋਕਲ ਹੈ ਨਾ, ਉਹਨਾਂ ਨੂੰ ਇਹ ਚੀਜ਼ ਦੇਖੋ ਜ਼ਰੂਰ ਸਮਝਣੀ ਚਾਹੀਦੀ ਹੈ। ਅੱਜ ਦੀ ਰੇਟ 'ਚ ਪੜ੍ਹੇ ਲਿਖੇ ਲੋਕ ਨੇ, ਪੜ੍ਹੇ ਲਿਖੇ ਜ਼ਮਾਨਾ, ਤੁਸੀਂ ਲੋਕਾਂ ਨੂੰ ਇੱਦਾਂ ਮੂਰਖ ਨਹੀਂ ਬਣਾ ਸਕਦੇ। ਇੱਕ ਪਾਸੇ ਤੁਸੀਂ ਟੈਕਸ ਦਾ ਟੀਕਾ ਦੱਬ ਕੇ ਲਾ ਲਓ, ਦੂਜੇ ਪਾਸੇ ਉਹ ਤੋਂ ਵਾਪਸ ਲੈ ਲਓ। 3-4 ਰੁਪਏ ਯੂਨਿਟ ਤੁਹਾਡੀ ਸਰਕਾਰ ਬਣੀ ਦੇ ਵਿੱਚ ਤੁਸੀਂ ਪਹਿਲਾਂ ਵਧਾ ਦਿਓ, ਜਾਣ ਲੱਗੇ ਜਦੋਂ ਇੱਕ ਅੱਧੇ ਮਹੀਨੇ ਦਾ ਬਿੱਲ ਲੈ ਗਿਆ ਤੁਸੀਂ ਉਹਨੂੰ ਵਾਪਸ ਕਰ ਲਓ। ਸੋ ਇਹ ਦੇਖੋ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਜਿਹੜੀ ਸੋਚ ਹੈ ਜਿਹੜੀ ਮਾਨਸਿਕਤਾ ਉਹ ਲੋਕਾਂ ਨੂੰ ਅੱਜ ਦੀ ਰੇਟ 'ਚ ਪੜੀ ਭਾਤੀ ਪਤਾ ਹੈ। ਸੋ ਲੋਕ ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਵਾਰੀ ਗੁੰਮਰਾਹ ਹੋ ਗਏ ਹੁਣ ਵੀ ਗੁੰਮਰਾਹ ਹੋਣਗੇ। ਪਰ ਮੈਂ ਫਿਰ ਤੁਹਾਡੇ ਚੈਨਲ ਰਾਹੀਂ ਤੁਹਾਡੇ ਸਾਰਿਆਂ ਰਾਹੀਂ ਮਾਧਿਅਮ ਰਾਹੀਂ ਗੱਲ ਕਹਿਣਾ ਚਾਹੁੰਦਾ, ਸਰਕਾਰ ਜੀ ਵਪਾਰੀ ਕਿਆ ਸਾਰਾ ਪੰਜਾਬੀ ਕਿਆ ਬਹੁਤ ਤੰਗ ਹੈ। ਇਹ ਪੈਟਰੋਲ ਡੀਜ਼ਲ ਨੇ ਉਹਨਾਂ ਦਾ ਦੱਬ ਕੇ ਕੰਜ਼ਿਊਮਰ ਕੱਢਿਆ ਹੋਇਆ, ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਪਰਿਵਾਰ ਚਲਾਉਣ ਦੇ ਵਿੱਚ ਵੀ ਪ੍ਰੋਬਲਮ ਹੋ ਰਹੀ ਹੈ। ਸੋ ਇਹ ਬਿਲਕੁਲ ਸੀਰੀਅਸ ਨੋਟ ਤੇ ਇਹਨੂੰ ਗੱਲ ਨੂੰ ਜਿਹੜੀ ਹੈ ਪਹਿਲ ਦੇ ਆਧਾਰ ਤੇ ਕਰਿਆ ਜਾਵੇ। ਅਗਰ ਮੋਦੀ ਸਾਹਿਬ ਨਹੀਂ ਸੁਣਦੇ ਕਮ ਸੇ ਕਮ ਜਿਹੜੇ ਤੁਹਾਡੇ ਸਟੇਟ ਦੇ ਟੈਕਸ ਨੇ ਤੁਸੀਂ ਉਹ ਘਟਾ ਕੇ ਲੋਕਾਂ ਨੂੰ ਆਰਜੀ ਰਾਹਤ ਤਾਂ ਦੇ ਸਕਦੇ ਹੋ। ਔਰ ਇਹ ਜਿਹੜੀ ਰਾਹਤ ਹੈ ਇਹਦੇ ਨਾਲ ਕੱਲੀ ਵਪਾਰੀ ਜਾਂ ਜਿਹੜੇ ਸ਼ਹਿਰ ਵਾਸੀ ਨੇ ਜਾਂ ਪਿੰਡ ਵਾਸੀ ਨੇ ਕਿਸਾਨਾਂ ਨੂੰ ਨਹੀਂ, ਕਿਉਂਕਿ ਇਹਨਾਂ ਨਾਲ ਗੁਡਸ ਜਦੋਂ ਟਰੈਵਲ ਕਰਨੇ ਨੇ ਉਹਨਾਂ ਦੀ ਹਰ ਚੀਜ਼ ਦੀ ਪ੍ਰੋਡਕਟ ਦੀ ਜਿਹੜੀ ਕਾਸਟਿੰਗ ਹੈ ਉਹ ਡੀਜ਼ਲ ਪੈਟਰੋਲ ਦੇ ਵਧੇ ਘਟੇ ਰੇਟ ਨਾਲ ਤੈਅ ਹੁੰਦੀ ਹੈ। ਸੋ ਬੜਾ ਪੰਜਾਬੀਆਂ ਨੂੰ ਉਹਦੇ ਨਾਲ ਫਾਇਦਾ ਜ਼ਰੂਰ ਹੋਊਗਾ। ਮੈਂ ਬੇਨਤੀ ਤੁਹਾਡੇ ਰਾਹੀਂ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਕਮ ਸੇ ਕਮ ਇੱਧਰ ਜ਼ਰੂਰ ਧਿਆਨ ਦੇਣ। ਇਹ ਦੇਸ਼ ਦੀ ਜਿਹੜੀ ਇਕਨੋਮੀ ਹੈ ਅੱਜ ਸਾਡੇ ਕਿਸਾਨ ਭਰਾਵਾਂ ਦਾ ਦੇਖੋ ਸਾਨੂੰ ਵੀ ਪਤਾ ਵੀ ਉਹ ਪਹਿਲਾਂ ਹੀ ਆਰਜੀ ਰੇਟ ਸੈਂਟਰ ਦੀਆਂ ਪਾਲਿਸੀਆਂ ਕਰਕੇ ਬੜੇ ਤੰਗ ਨੇ ਤੇ ਉਹਨਾਂ ਨੇ ਵਿਚਾਰਿਆਂ ਨੇ 5-5 ਮਤਲਬ ਜੇ ਇੱਕ ਘੰਟਾ ਵੀ ਮੋਟਰ ਚਲਾਉਣੀ ਉਹਨਾਂ ਨੂੰ ਪੈ ਜਾਵੇ ਜਿਹੋ ਜਿਹੇ ਬਿਜਲੀ ਦੇ ਸੰਕਟ ਨੇ ਔਰ ਇੰਨੇ ਮਹਿੰਗੇ ਡੀਜ਼ਲ ਦੇ ਵਿੱਚ ਉਹ 500-600 ਰੁਪਈਆ ਅਫੋਰਡ ਨਹੀਂ ਕਰਨਗੇ। ਤੁਹਾਡੀਆਂ ਮਾੜੀਆਂ ਪਾਲਿਸੀਆਂ ਕਰਕੇ ਅੱਜ ਕਿਸਾਨ ਖੁਦਕੁਸ਼ੀ ਕਰਨ ਨੂੰ ਮਜਬੂਰ ਆ। ਔਰ ਮੈਨੂੰ ਇਹ ਲੱਗਦਾ ਵੀ ਜਿਹੋ ਜਿਹੇ ਤੁਹਾਡੇ ਇਹ ਪਾਲਿਸੀ ਰਹੀ
ਤਾਂ ਸ਼ਹਿਰ ਵਾਸੀਆਂ ਨੂੰ ਵੀ ਹੋਰ ਮਾੜਾ ਟਾਈਮ ਜਿਹੜਾ ਉਹ ਦੇਖਣਾ ਪਊਗਾ, ਕਿਉਂਕਿ ਉਹਨਾਂ ਦਾ ਵੀ ਗੁਜ਼ਾਰਾ ਕਰਨਾ ਅੱਜ ਦੀ ਰੇਟ 'ਚ ਬਹੁਤ ਔਖਾ ਹੋਇਆ ਹੈ। ਮੇਰਾ ਆਖਰੀ ਸਵਾਲ ਹੈ ਵਿਨੀਤ ਜੀ ਕਿ ਦੀਵਾਲੀ ਨੂੰ ਇੱਕ ਦਿਨ ਰਹਿ ਗਿਆ ਹੈ ਨਾ, ਬਾਜ਼ਾਰ ਸਜੇ ਪਏ ਨੇ, ਤੁਸੀਂ ਵਪਾਰੀ ਬੰਦੇ ਹੋ, ਤੁਹਾਡੇ ਤੇ ਲਾ ਕੇ ਮੈਂ ਪੁੱਛਦਾ ਵੀ ਕਿਵੇਂ ਦਾ ਤਿਉਹਾਰ ਜਾ ਰਿਹਾ ਤੁਹਾਡਾ ਇਸ ਵਾਰ? ਦੇਖੋ ਇੱਦਾਂ ਵੀ ਜਿਹੜਾ ਵਪਾਰੀ ਆ ਉਹ ਤਾਂ ਮਿਹਨਤ ਲੋਕ ਨੇ, ਉਹ ਤਾਂ ਵਿਚਾਰਾ ਆਪਦਾ ਮਿਹਨਤ ਕਰਕੇ ਸਾਰਾ ਸਮਾਨ ਜਿਹੜਾ ਉਹਨਾਂ ਨੇ ਖਰੀਦਣਾ ਉਹ ਖਰੀਦ ਕੇ ਰੱਖਿਆ। ਪਰ ਇੱਕ ਗੱਲ ਦੇਖੋ ਜ਼ਰੂਰ ਇਹ ਗੱਲ ਮੰਨਣੀ ਪਊਗੀ ਵੀ ਜਿਹੜੇ ਕੋਵਿਡ ਦੇ ਇਫੈਕਟ ਨੇ ਉਹ ਆਲ ਓਵਰ ਵਰਲਡ ਦੇ ਵਿੱਚ ਪਏ ਨੇ। ਸੋ ਉਹਨਾਂ ਨਾਲ ਵਪਾਰੀ ਤਾਂ ਆਸ ਕਰਦਾ, ਹਰ ਸਾਲ ਆਸ ਕਰਦਾ, ਔਰ ਇਨਫੈਕਟ ਜਿਹੜਾ ਇਹ ਤਿਉਹਾਰਾਂ ਦਾ ਸੀਜ਼ਨ ਹੈ, ਵਪਾਰੀ ਇਸ ਸਾਲ 'ਚ ਸਾਰੇ ਸਾਲ ਦਾ ਕੰਮ ਕਰਦਾ। ਸੋ ਅਗਰ ਇਸ ਸਾਲ ਦੇ ਵਿੱਚ ਵੀ ਉਹਨਾਂ ਦੀ ਖਰੀਦਦਾਰੀ ਨਹੀਂ ਹੁੰਦੀ ਔਰ ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਆਰਥਿਕ ਚੋਟ ਉਹਨਾਂ ਨੂੰ ਬਹੁਤ ਹੈ, ਕਿਉਂਕਿ ਉਹਨਾਂ ਨੇ ਦੇਖੋ ਲੋਨ ਵੀ ਭਰਨੇ ਨੇ, ਉਹਨਾਂ ਨੇ ਬੱਚਿਆਂ ਦੀ ਫੀਸਾਂ ਵੀ ਦੇਣੀਆਂ, ਜਿਹੜੇ ਉਹਨਾਂ ਦੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਤਨਖਾਹਾਂ ਦੇਣੀਆਂ, ਉਹਨਾਂ ਦਾ ਖਰਚਾ ਉਨਾ ਹੀ ਆ। ਪਰ ਜੇ ਸਰਕਾਰ ਤੱਕੋਂ ਜੇ ਕੋਈ ਰਾਹਤ ਨਹੀਂ ਦੇ ਸਕਦੀ ਕੋਈ ਇਹਨਾਂ ਨੂੰ, ਦੇਖੋ ਅੱਜ ਤੱਕ ਪੈਕੇਜ ਇਹਨਾਂ ਤਾਂ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਦੀ ਭਾਰਤ ਦੇ ਇਤਿਹਾਸ 'ਚ ਕਦੀ ਕਿਸੇ ਸਰਕਾਰ ਨੇ ਵਪਾਰੀਆਂ ਨੂੰ ਕਦੀ ਪੈਕੇਜ ਦਿੱਤਾ ਹੋਵੇ, ਜਦ ਕਿ ਵਪਾਰੀ ਜਿਹੜੇ ਨੇ ਉਹ ਅਗਰ ਅੱਜ ਆਰਥਿਕ ਜਿਹੜੀ ਕੋਈ ਤੁਸੀਂ ਕਿਸੇ ਵੀ ਸਰਕਾਰ ਦੀ ਜਿਹੜੀ ਗੱਡੀ ਉਹਦੇ ਚਾਰੇ ਟਾਇਰ ਵਪਾਰੀਆਂ ਦੇ ਸਿਸਟਮ ਨਾਲ, ਵਪਾਰੀਆਂ ਦੇ ਮਿਹਨਤ ਕਸ਼ ਕਰੇ ਹੋਏ ਕੰਮਾਂ ਦੇ ਪਏ ਹੋਏ ਟੈਕਸ ਨਾਲ ਚੱਲਦੇ ਨੇ। ਸੋ ਮੈਂ ਉਮੀਦ ਤਾਂ ਇਹ ਕਰਦਾ ਵੀ ਸਰਕਾਰ ਵਪਾਰੀਆਂ ਨੂੰ ਵੀ ਕੋਈ ਜਿਹੜਾ ਰਾਹਤ ਪੈਕੇਜ ਦੇਵੇ। ਪਰ ਚਲੋ ਜੇ ਰਾਹਤ ਪੈਕੇਜ ਨਾ ਕਮ ਸੇ ਕਮ ਜਿਹੜੇ ਇਹ ਪੈਟਰੋਲ ਡੀਜ਼ਲ ਦੇ ਪ੍ਰਾਈਸਿਸ ਨੇ ਜਿਹੜੇ ਅਨਸੈਸਰੀ ਉਹਨਾਂ ਤੋਂ ਗਵਰਨਮੈਂਟ ਜਿਹੜੇ ਨੇ ਉਹ ਜਿਹੜੇ ਬਚਾਏ ਜਾ ਸਕਦੇ ਨੇ ਉਹਨਾਂ ਦੇ ਪੈਸੇ ਕਮ ਸੇ ਕਮ ਉਹ ਜ਼ਰੂਰ ਘੱਟ ਕਰਕੇ ਉਹਨਾਂ ਨੂੰ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਇੰਡਸਟਰੀਲਿਸਟ ਹੈ, ਚਾਹੇ ਉਹ ਮੁਲਾਜ਼ਮ ਤਬਕਾ, ਇਹ ਸਾਰੇ ਤਬਕਿਆਂ ਨਾਲ ਹਰ ਇੱਕ ਬੰਦੇ ਨਾਲ, ਚਾਹੇ ਉਹ ਕਿਸਾਨੀ ਹੈ, ਪੈਟਰੋਲ ਡੀਜ਼ਲ ਦੇ ਜਿਹੜੇ ਵਧੇ ਹੋਏ ਰੇਟ ਨੇ, ਸਰਕਾਰ ਦੇ ਜਿਹੜੇ ਮਾਰੂ ਟੈਕਸ ਨੇ ਉਹ ਸਿੱਧਾ ਹਰ ਇੱਕ ਬੰਦੇ ਦੀ ਪਰਿਵਾਰ ਦੀ ਜੇਬ ਤੇ ਚੋਟ ਕਰਦੇ ਨੇ। ਸੋ ਇਹ ਜ਼ਰੂਰ ਘੱਟ ਹੋਣੇ ਚਾਹੀਦੇ ਨੇ, ਕਿਉਂਕਿ ਇਹ ਘੱਟ ਅਗਰ ਬਾਕੀ ਸਟੇਟਾਂ 'ਚ ਹੋ ਸਕਦੇ ਨੇ, ਚੰਡੀਗੜ੍ਹ 'ਚ ਦੇਖੋ ਚੱਲ ਰਿਹਾ ਘੱਟ ਹੋ ਸਕਦੇ ਨੇ, ਤਾਂ ਮੋਹਾਲੀ 'ਚ ਘੱਟ ਕਿਉਂ ਨਹੀਂ ਹੋ ਸਕਦੇ? ਸੋ ਇਹ ਗੱਲ ਸਰਕਾਰ ਨੂੰ ਜ਼ਰੂਰ ਸੋਚਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਵਿਨੀਤ ਵਰਮਾ ਜੀ ਨੇ ਕਿ ਬਹੁਤ ਵੱਡੀ ਗੱਲ ਕਹੀ ਹੈਗੀ ਹੈ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਆਮ ਬੰਦੇ ਦੀ ਜੇਬ 'ਚ ਜਦੋਂ ਪੈਸਾ ਹੀ ਨਹੀਂ ਰਹੇਗਾ ਤਾਂ ਉਹ ਖਰੀਦਦਾਰੀ ਕਿੱਥੋਂ ਕਰੇਗਾ, ਸ਼ਾਪਿੰਗ ਕਿੱਥੋਂ ਕਰੇਗਾ? ਉਹਦੇ ਨਾਲ ਬਾਜ਼ਾਰ ਦੇ ਵਿੱਚ ਕੀਮਤਾਂ ਜੋ ਵਧੀਆਂ ਹੋਈਆਂ ਨੇ, ਉਹਨਾਂ ਜਿਹੜੀਆਂ ਚੀਜ਼ਾਂ ਨੇ ਉਹ ਉੱਥੇ ਹੀ ਪਈਆਂ ਰਹਿਣਗੀਆਂ, ਉਹਨਾਂ ਦੀ ਜੇਬ 'ਚ ਪੈਸਾ ਨਹੀਂ ਜਾਏਗਾ। ਸੋ ਇੱਕ ਪੂਰੀ ਮਾਰਕੀਟ ਇਫੈਕਟ ਹੁੰਦੀ ਹੈ ਜਦੋਂ ਕਿ ਇੱਕ ਆਮ ਬੰਦੇ ਦੀ ਜੇਬ ਦੇ ਵਿੱਚ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਖਰਚਣ ਵਾਸਤੇ ਕੋਈ ਪੈਸਾ ਨਾ ਹੋਵੇ। ਸੋ ਉਹਨਾਂ ਦੀਆਂ ਗੱਲਾਂ ਕਾਫੀ ਅਸਰ ਰੱਖਦੀਆਂ ਨੇ ਕਿ ਅਗਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ ਤਾਂ ਇਹਦੇ ਨਾਲ ਬਾਕੀ ਚੀਜ਼ਾਂ ਦੇ ਜਿਹੜੇ ਭਾਅ ਨੇ ਉਹ ਵਧਣੇ ਤੈਅ ਹੈਗੇ ਨੇ, ਅੱਜ ਨਹੀਂ ਕੱਲ ਪਰਸੋਂ, ਕਿਉਂਕਿ ਸਬਜ਼ੀਆਂ ਦੇ ਭਾਅ ਅਸੀਂ ਦੇਖ ਰਹੇ ਹਾਂ ਕਿ ਵੱਧ ਚੁੱਕੇ ਨੇ, ਫਰੂਟਸ ਦੇ ਭਾਅ ਵੱਧ ਚੁੱਕੇ ਨੇ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ। ਸੋ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈਗਾ। ਦੂਸਰੀ ਗੱਲ ਇਹ ਹੈਗੀ ਹੈ ਕਿ ਆਮ ਅਸੀਂ ਦੇਖ ਰਹੇ ਹਾਂ ਕਿ ਲਗਭਗ 2 ਦਹਾਕਿਆਂ ਤੋਂ ਜਿਹੜੇ ਆਮ ਲੋਕ ਹੈਗੇ ਨੇ, ਮੀਡੀਓਕਰ ਫੈਮਲੀਜ਼ ਖਾਸ ਕਰਕੇ, ਉਹਨਾਂ ਦੇ ਵਿੱਚ ਆਪਣੇ ਪ੍ਰਾਈਵੇਟ ਵਹੀਕਲ ਰੱਖਣ ਦਾ ਰੁਝਾਨ ਬੜਾ ਵਧਿਆ, ਜਿਸ ਕਰਕੇ ਸਰਕਾਰਾਂ ਨੇ ਇਸ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ, ਕਿਉਂਕਿ ਹਰੇਕ ਬੰਦੇ ਦੀ ਆਪਣੀ ਲੋੜ ਹੈਗੀ ਹੈ, ਰੋਟੀ ਆਟਾ ਦਾਲ ਪਾਣੀ ਦੀ ਤਰ੍ਹਾਂ ਹਰੇਕ ਦੀ ਪੈਟਰੋਲ ਡੀਜ਼ਲ ਦੀ ਵੀ ਆਪਣੀ ਇੱਕ ਜ਼ਰੂਰਤ ਹੈ। ਸੋ ਹੁੰਦੀ ਹੈ ਪੂਰੀ ਉਹ, ਤਾਂ ਸਰਕਾਰ ਨੂੰ ਕੋਈ ਚੱਕਰ ਨਹੀਂ ਇਸ ਮਾਮਲੇ ਦੇ ਵਿੱਚ ਕਿ ਅਗਰ ਰੇਟ ਵੱਧਦਾ ਹੈ ਤਾਂ ਵਾਪਸ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਹਰੇਕ ਨੇ ਪਵਾ ਕੇ ਹੀ ਅੱਗੇ ਆਪਣਾ ਬੁੱਤਾ ਸਾਰਨਾ। ਸੋ ਇੱਕ ਬਹੁਤ ਵੱਡਾ ਸਵਾਲ ਖੜਾ ਅੱਜ ਸਰਕਾਰ ਦੇ ਉੱਤੇ ਕਿ ਸਰਕਾਰ ਨੂੰ ਲੋਕਾਂ ਨੂੰ ਇਹ ਰਾਹਤ ਦੇਣੀ ਚਾਹੀਦੀ ਹੈ ਤੇ ਇਹ ਰੇਟ ਘਟਾਉਣੇ ਚਾਹੀਦੇ ਨੇ। ਕੈਮਰਾਮੈਨ ਸੋਨੀ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।